ਸਤਿ ਸ਼੍ਰੀ ਅਕਾਲ। ਪੀਐਨਸੀ ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਕੀਤੀ ਗੱਲਬਾਤ। ਦੱਸਾਂਗੇ ਦੋਵਾਂ ਦੇਸ਼ਾਂ ਦਰਮਿਆਨ ਹੋਰ ਕਿਹੜੇ ਕੰਮ ਕਰਨ ਤੇ ਕਿਹੜੇ ਮੁੱਦਿਆਂ ਦੇ ਉੱਤੇ ਨਾਲ ਚੱਲਣ ਦੇ ਬਾਰੇ ਦੱਸਿਆ ਗਿਆ। ਸਰੀ ਦੀ ਇੱਕ ਪਾਰਕ ਵਿੱਚ ਪੰਜਾਬੀ ਬਜ਼ੁਰਗ ਔਰਤਾਂ ਤੇ ਬੱਚਿਆਂ ਦੇ ਨਾਲ ਜੋ ਇੱਕ ਜੋੜੇ ਨੇ ਮਾੜਾ ਵਤੀਰਾ ਕੀਤਾ, ਇਸ ਮਾਮਲੇ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਆਖਿਰ ਕੀ ਕੁਝ ਵਾਪਰਿਆ। ਭਾਰਤ ਵਿੱਚ ਕੈਨੇਡਾ ਦੇ ਵੀਜ਼ਾ ਦੇ ਲਈ ਬਾਇਓਮੈਟ੍ਰਿਕ ਸੰਬੰਧੀ ਫਰਾਡ ਦੇ ਸ਼ਿਕਾਰ ਵੀ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਇਸ ਦੇ ਬਾਰੇ ਹਾਈ ਕਮਿਸ਼ਨ ਨੇ ਜੋ ਚੇਤਾਵਨੀ ਦਿੱਤੀ ਹੈ, ਉਸ ਦੇ ਬਾਰੇ ਖਬਰਾਂ ਵਿੱਚ ਦੱਸਾਂਗੀ। ਕੈਨੇਡਾ ਵਿੱਚ ਇਸ ਸਮੇਂ ਕੋਵਿਡ-19 ਸੰਬੰਧੀ ਤਾਜ਼ਾ ਹਾਲਾਤ ਤੇ ਹਦਾਇਤਾਂ ਹਟਾਉਣ ਦੇ ਬਾਰੇ ਤਾਜ਼ਾ ਬਿਆਨਾਂ ਦੇ ਬਾਰੇ ਦਵਾਂਗੇ ਪੂਰੀ ਜਾਣਕਾਰੀ। ਕੈਨੇਡਾ ਦੀ ਪਾਰਲੀਮੈਂਟ ਅੱਗੇ ਕਿਉਂ ਪ੍ਰਦਰਸ਼ਨ ਕਰਨ ਜਾ ਰਹੇ ਨੇ ਅਫਗਾਨ ਤੋਂ ਆਏ ਨਿਵਾਸੀ ਤੇ ਕੈਨੇਡਾ ਸਰਕਾਰ ਤੋਂ ਇਸ ਸਮੇਂ ਕੀ ਕੀਤੀ ਜਾ ਰਹੀ ਹੈ ਮੰਗ, ਇਸ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਕੈਨੇਡਾ ਸਰਕਾਰ ਦਾ ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਹੋਇਆ ਇਤਿਹਾਸਕ ਸਮਝੌਤਾ, ਦੱਸਾਂਗੇ ਕਿੰਨੀ ਮਦਦ ਜਾਰੀ ਕੀਤੀ ਜਾ ਰਹੀ ਹੈ ਤੇ ਕਿਉਂ। ਇਸ ਤਰ੍ਹਾਂ ਨਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੋ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਸਮੇਂ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਅੱਜ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਵਿੱਚ ਕਈ ਅਹਿਮ ਮੁੱਦੇ ਰਹੇ ਨੇ। ਦੋਵਾਂ ਦੇਸ਼ਾਂ ਦਰਮਿਆਨ ਇਸ ਸਮੇਂ ਕੋਵਿਡ-19 ਦੇ ਕਰਕੇ ਜੋ ਆਰਥਿਕਤਾ ਦੇ ਉੱਤੇ ਪ੍ਰਭਾਵ ਪਿਆ, ਆਰਥਿਕਤਾ ਨੂੰ ਕਿਵੇਂ ਅੱਗੇ ਉਭਾਰਨਾ ਹੈ, ਇਸ ਨੂੰ ਮਜ਼ਬੂਤ ਕੀਤੇ ਜਾਣ ਦੇ ਵਾਸਤੇ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਗੱਲਬਾਤ ਕੀਤੀ ਗਈ। ਇਸ ਦੌਰਾਨ ਔਰਤਾਂ ਦੇ ਉੱਤੇ ਵੀ ਕਿਸ ਤਰ੍ਹਾਂ ਪ੍ਰਭਾਵ ਪਿਆ, ਇਸ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਬੱਚਿਆਂ ਦੀ ਸੰਭਾਲ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਤੇ ਕੋਵਿਡ-19 ਦੇ ਕਰਕੇ ਬਣੇ ਮੌਜੂਦਾ ਹਾਲਾਤ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹ ਜ਼ਿਕਰ ਵੀ ਕੀਤਾ ਜੋ ਚੀਨ ਨੇ 2 ਕੈਨੇਡੀਅਨ ਸਿਟੀਜ਼ਨ ਨੇ ਜੋ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ, ਮਾਈਕਲ ਸਪੇਵਟ ਤੇ ਮਾਈਕਲ ਕੋਵਰਿਗ, ਉਹਨਾਂ ਦੇ ਬਾਰੇ ਵੀ ਜ਼ਿਕਰ ਕਰਦੇ ਹੋਏ ਚੀਨ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਤੇ ਉਹਨਾਂ ਨੂੰ ਇਸ ਉੱਤੇ ਚੰਗਾ ਹੁੰਗਾਰਾ ਵੀ ਮਿਲਿਆ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਦੇ ਬਾਰੇ ਵੀ ਗੱਲਬਾਤ ਤੇ ਚਰਚਾ ਕੀਤੀ ਗਈ ਹੈ ਤੇ ਇਸ ਮੌਕੇ ਬਾਰਡਰ ਨਾਲ ਸੰਬੰਧਿਤ ਗੱਲਬਾਤ ਵੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਸ ਸਮੇਂ ਕੈਨੇਡਾ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਅਗਸਤ 9 ਤੋਂ ਜਿਹੜੇ ਅਮਰੀਕਾ ਵਾਸੀ ਨੇ ਫੁੱਲੀ ਵੈਕਸੀਨੇਟਡ ਨੇ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਟਰੈਵਲ ਕਰਕੇ। ਇਸ ਮੌਕੇ ਅੱਗਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਨੇ, ਕੈਨੇਡਾ ਦੇ ਵਿੱਚ ਵੀ, ਤੇ ਉਸ ਦੇ ਨਾਲ ਜੂਝਣ ਦੇ ਬਾਰੇ ਵੀ ਚਰਚਾ ਕੀਤੀ ਗਈ ਹੈ ਤੇ ਹਾਲਾਤ ਦਾ ਜਾਇਜ਼ਾ ਵੀ ਲਿਆ ਗਿਆ ਹੈ। ਇਹਨਾਂ ਵੱਖੋ-ਵੱਖਰੇ ਮੁੱਦਿਆਂ ਤੋਂ ਇਲਾਵਾ ਹੋਰ ਵੀ ਕਈ ਵਿਸ਼ੇਸ਼ ਮੁੱਦਿਆਂ ਦੇ ਉੱਤੇ ਦੋਵਾਂ ਲੀਡਰਾਂ ਦੇ ਦਰਮਿਆਨ ਗੱਲਬਾਤ ਹੋਈ ਹੈ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਅੱਗੇ ਹੋਰ ਮਜ਼ਬੂਤ ਬਣਾਉਣ ਦੇ ਵਾਸਤੇ ਕਦਮ ਚੁੱਕੇ ਜਾਣਗੇ ਤੇ ਨਾਲ ਹੀ ਅੱਗੇ ਵੀ ਦੋਵਾਂ ਦੇਸ਼ਾਂ ਦੇ ਇਹ ਲੀਡਰ ਕੁਝ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਣਗੇ, ਸਮੇਂ-ਸਮੇਂ ਦੇ ਉੱਤੇ ਗੱਲਬਾਤ ਕਰਦੇ ਰਹਿਣਗੇ। ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀਤਾ ਗਿਆ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਤੁਸੀਂ ਦੇਖਿਆ ਹੋਣਾ, ਖਾਸ ਤੌਰ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਰੀ ਵਿੱਚ ਦਰਅਸਲ ਇੱਕ ਪਾਰਕ ਵਿੱਚ ਮੌਜੂਦ ਪੰਜਾਬੀ ਪਰਿਵਾਰ ਸਨ, ਜਿਨ੍ਹਾਂ ਵਿੱਚ ਪੰਜਾਬੀ ਬੱਚੇ ਤੇ ਪੰਜਾਬੀ ਬਜ਼ੁਰਗ ਔਰਤਾਂ ਮੌਜੂਦ ਸੀ ਜੋ ਕਿ ਇਕੱਠੇ ਬੈਠੇ ਸੀ, ਬੱਚੇ ਖੇਡ ਰਹੇ ਸੀ। ਤਾਂ ਉਸ ਮੌਕੇ ਇੱਕ ਗੋਰਾ ਜੋੜਾ ਆਉਂਦਾ ਹੈ ਜਿਸ ਦੇ ਵਿੱਚ ਔਰਤ ਤੇ ਪੁਰਸ਼ ਨੇ ਜੋ ਉਹ ਗਾਲੀ ਗਲੋਚ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਦੇ ਵੱਲੋਂ ਇੱਥੋਂ ਤੱਕ ਕਿ ਜਿਹੜਾ ਕੂੜਾਦਾਨ ਸੀ ਉਸ ਦੇ ਵਿੱਚੋਂ ਕੂੜਾ ਕੱਢ ਕੇ ਲਿਆਂਦਾ ਜਾਂਦਾ ਹੈ ਤੇ ਉਸ ਪੰਜਾਬੀ ਬਜ਼ੁਰਗ ਬੀਬੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਕੂੜਾ ਸਿੱਟ ਦਿੱਤਾ ਜਾਂਦਾ ਹੈ, ਬੱਚਿਆਂ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਭਾਰਤ ਵਾਪਸ ਜਾਣ ਵਾਸਤੇ ਵੀ ਕਿਹਾ ਜਾਂਦਾ ਹੈ। ਦੋਵਾਂ ਦੇ ਦਰਮਿਆਨ ਇਸ ਮੌਕੇ ਜਦੋਂ ਬਹਿਸ ਵੀ ਹੋਈ ਤਾਂ ਪੰਜਾਬੀ ਬਜ਼ੁਰਗ ਬੀਬੀਆਂ ਨੂੰ ਅੰਗਰੇਜ਼ੀ ਤਾਂ ਬੋਲਣੀ ਆਉਂਦੀ ਨਹੀਂ ਸੀ, ਉਹ ਪੰਜਾਬੀ ਦੇ ਵਿੱਚ ਹੀ ਬੋਲ ਰਹੀਆਂ ਸੀ। ਤਾਂ ਉਹ ਜਿਹੜਾ ਗੋਰਾ ਜੋੜਾ ਸੀ ਉਹਨਾਂ ਦੇ ਵੱਲੋਂ ਇਸ ਮੌਕੇ ਬਾਰ-ਬਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਨਾ ਬੋਲੀ ਜਾਵੇ, ਉਹਨਾਂ ਦੇ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਜਾਵੇ ਕਿਉਂਕਿ ਉਹ ਕੈਨੇਡਾ ਦੇ ਵਿੱਚ ਨੇ। ਇਸ ਮੌਕੇ ਉਹਨਾਂ ਦੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਜਿਹੜਾ ਉਹ ਕੂੜਾ ਵੀ ਸੁੱਟਿਆ ਗਿਆ ਸੀ ਤਾਂ ਉਹਨਾਂ ਹੀ ਬਜ਼ੁਰਗ ਬੀਬੀਆਂ ਤੇ ਬੱਚਿਆਂ ਨੇ ਉਸ ਕੂੜੇ ਨੂੰ ਵਾਪਸ ਉੱਥੋਂ ਚੁੱਕ ਕੇ ਕੂੜੇਦਾਨ ਦੇ ਵਿੱਚ ਪਾਇਆ। ਪੁਲਿਸ ਨੂੰ ਵੀ ਮੌਕੇ ਦੇ ਉੱਤੇ ਬੁਲਾਇਆ ਗਿਆ, ਪਰ ਇਸ ਮੌਕੇ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਬਜ਼ੁਰਗ ਬੀਬੀਆਂ ਦੇ ਵਾਸਤੇ ਇੱਕ ਲੜਕੀ ਦੇ ਵੱਲੋਂ ਬੋਲਿਆ ਗਿਆ, ਜਿਸ ਦੇ ਵੱਲੋਂ ਵੱਖੋ-ਵੱਖਰੇ ਅੰਗਰੇਜ਼ੀ ਟੀਵੀ ਚੈਨਲਾਂ ਦੇ ਵਾਸਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ, ਅੰਗਰੇਜ਼ੀ ਦੇ ਵਿੱਚ ਵੀ, ਜਿਸ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਸ ਮੌਕੇ ਪੁਲਿਸ ਨੇ ਕਿਹਾ ਕਿ ਉਹਨਾਂ ਦਾ ਦਿਨ ਬੁਰਾ ਚੱਲ ਰਿਹਾ ਸੀ ਕਿ ਤਾਂ ਕਰਕੇ ਜਿਵੇਂ ਕਿਸੇ ਦਾ ਮਨ ਖਰਾਬ ਹੁੰਦਾ ਹੈ ਤਾਂ ਉਸ ਸਮੇਂ ਉਹ ਗੁੱਸੇ ਦੇ ਵਿੱਚ ਵਤੀਰਾ ਕਰਦਾ ਹੈ, ਤਾਂ ਕੁਝ ਇਸ ਤਰ੍ਹਾਂ ਉਹਨਾਂ ਦੇ ਨਾਲ ਹੋਇਆ ਹੋਵੇਗਾ ਤਾਂ ਉਹਨਾਂ ਦੇ ਵੱਲੋਂ ਕੁਝ ਅਜਿਹਾ ਵਤੀਰਾ ਕੀਤਾ ਗਿਆ, ਜਿਸ ਤੋਂ ਬਾਅਦ ਕੂੜੇ ਨੂੰ ਚੱਕਣ ਦੇ ਵਾਸਤੇ ਕਿਹਾ ਗਿਆ। ਇੱਥੋਂ ਤੱਕ ਕਿ ਬਜ਼ੁਰਗ ਬੀਬੀਆਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਉੱਥੇ ਤੋਂ ਕੂੜਾ ਚੁੱਕ ਕੇ ਕੂੜੇਦਾਨ 'ਚ ਨਹੀਂ ਪਾਉਂਦੀਆਂ
ਤਾਂ ਇਸ ਦੇ ਵਾਸਤੇ ਉਹਨਾਂ ਨੂੰ ਫਾਈਨ ਹੋ ਸਕਦਾ ਹੈ। ਦਰਅਸਲ ਉਹਨਾਂ ਬਜ਼ੁਰਗ ਬੀਬੀਆਂ ਨੂੰ ਪੁਲਿਸ ਵਾਲਿਆਂ ਨੂੰ ਪੰਜਾਬੀ ਦੇ ਵਿੱਚ ਉਹ ਦੱਸ ਰਹੀਆਂ ਸਨ, ਅੰਗਰੇਜ਼ੀ ਵਿੱਚ ਇਹ ਚੰਗੀ ਤਰ੍ਹਾਂ ਉਹ ਦੱਸ ਨਹੀਂ ਸਕੀਆਂ ਕਿ ਆਖਿਰ ਉਸ ਮੌਕੇ ਵਾਪਰਿਆ ਕੀ ਸੀ। ਤਾਂ ਉਸ ਤੋਂ ਬਾਅਦ ਇਸ ਮੁੱਦੇ ਨੇ ਹੁਣ ਕਾਫੀ ਤੂਲ ਫੜ ਲਿਆ ਹੈ, ਜਿਸ ਨੂੰ ਕਿ ਨਸਲੀ ਹਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਤੇ ਉਸ ਮੌਕੇ ਪਾਰਕ ਵਿੱਚ ਜਿਹੜੇ ਬੱਚੇ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤੇ ਜਾ ਰਹੇ ਨੇ, ਜਿਨ੍ਹਾਂ ਦੇ ਵੱਲੋਂ ਵੀ ਇਸ ਮੌਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਮਾੜਾ ਵਤੀਰਾ ਇਸ ਕਰਕੇ ਹੋਇਆ ਕਿਉਂਕਿ ਉਹ ਬਰਾਊਨ ਨੇ, ਕਿ ਇਸ ਕਰਕੇ ਉਹਨਾਂ ਦੇ ਨਾਲ ਕੁਝ ਅਜਿਹਾ ਵਤੀਰਾ ਕੀਤਾ ਗਿਆ। ਬੱਚਿਆਂ ਦੇ ਵੱਲੋਂ ਵੀ ਇਸ ਦਾ ਜ਼ਿਕਰ ਕੀਤਾ ਗਿਆ। ਇਸ ਮਾਮਲੇ ਦੀ ਹੋਰ ਜਾਂਚ ਕੀਤੇ ਜਾਣ ਦੇ ਬਾਰੇ ਵੀ ਮੰਗ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਉੱਥੇ ਜਿਹੜੇ ਪਰਿਵਾਰ ਦੇ ਨਾਲ ਵਤੀਰਾ ਹੋਇਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਜਿਹੜਾ ਜੋੜਾ ਸੀ ਜਿਨ੍ਹਾਂ ਦੇ ਵੱਲੋਂ ਕੁਝ ਇਸ ਤਰ੍ਹਾਂ ਦਾ ਸਲੂਕ ਉਹਨਾਂ ਦੇ ਨਾਲ ਕੀਤਾ ਗਿਆ, ਉਹਨਾਂ ਨੂੰ ਪਾਰਕ ਦੇ ਵਿੱਚੋਂ ਬੈਨ ਕੀਤਾ ਜਾਵੇ ਕਿ ਉਹ ਪਾਰਕ ਵਿੱਚ ਨਾ ਸਕਣ ਮੁੜ ਕੇ। ਤਾਂ ਉਧਰ ਦੂਜੇ ਪਾਸੇ ਵੱਖੋ ਵੱਖਰੇ ਲੀਡਰ ਇਸ ਮੌਕੇ ਸਾਹਮਣੇ ਆਏ ਨੇ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਤਾਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੱਲੋਂ ਪੰਜਾਬੀ ਦੇ ਵਿੱਚ ਇਸ ਦੇ ਬਾਰੇ ਆਪਣੇ ਟਵਿੱਟਰ ਦੇ ਉੱਤੇ ਲਿਖਿਆ ਗਿਆ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ, ਜਿਨ੍ਹਾਂ ਨੇ ਲਿਖਿਆ, ਪੰਜਾਬੀ ਖੁੱਲ੍ਹ ਕੇ ਬੋਲੋ, ਚਾਹੇ ਉਹ ਘਰ, ਪਾਰਕ ਜਾਂ ਕਿਤੇ ਵੀ ਹੋਵੇ। ਇਹ ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀਂ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨੂੰ ਕੱਟਣ ਨਹੀਂ ਦੇਣਾ। ਇਹ ਸਾਡਾ ਘਰ ਹੈ, ਇਹ ਤੁਹਾਡਾ ਘਰ ਹੈ। ਅਸੀਂ ਨਫ਼ਰਤ ਨੂੰ ਜਿੱਤਣ ਨਹੀਂ ਦੇਣਾ। ਉਹਨਾਂ ਦੇ ਵੱਲੋਂ ਇਹ ਲਿਖਿਆ ਗਿਆ। ਤੇ ਇੱਕ ਹੋਰ ਤਸਵੀਰ ਸਾਂਝੀ ਕਰਕੇ ਉਹਨਾਂ ਨੇ ਲਿਖਿਆ ਕਿ ਉਹਨਾਂ ਸਾਰੇ ਬੱਚਿਆਂ ਤੇ ਬਜ਼ੁਰਗ ਮਾਤਾਵਾਂ ਜਿਨ੍ਹਾਂ ਇਸ ਨਫ਼ਰਤ ਨੂੰ ਝੱਲਿਆ ਹੈ, ਮੈਂ ਵਾਅਦਾ ਕਰਦਾ ਹਾਂ ਕਿ ਤੁਸੀਂ ਅਤੇ ਅਸੀਂ ਮਿਲ ਕੇ ਇਹ ਨਫ਼ਰਤ ਫੈਲਾਉਣ ਵਾਲਿਆਂ ਨੂੰ ਜਿੱਤਣ ਨਹੀਂ ਦੇਣਾ। ਕੁਝ ਇਸ ਤਰ੍ਹਾਂ ਹਰਜੀਤ ਸਿੰਘ ਸੱਜਣ ਦੇ ਵੱਲੋਂ ਪੋਸਟ ਪਾਈ ਗਈ ਤੇ ਇਸ ਮਾਮਲੇ ਦੀ ਨਿਖੇਧੀ ਕੀਤੀ ਗਈ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਭਾਰਤ ਵਿੱਚ ਇਸ ਸਮੇਂ ਵੱਡੀ ਗਿਣਤੀ ਲੋਕਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ। ਕਈਆਂ ਨੇ ਸਟੱਡੀ ਪਰਮਿਟ ਦੇ ਵਾਸਤੇ ਅਪਲਾਈ ਕੀਤਾ ਹੋਇਆ ਹੈ, ਜਾਂ ਫਿਰ ਵਰਕ ਪਰਮਿਟ ਦੇ ਵਾਸਤੇ, ਜਾਂ ਫਿਰ ਵਿਜ਼ਟਰ ਵੀਜ਼ਾ ਦੇ ਵਾਸਤੇ, ਜਾਂ ਫਿਰ PR ਦੇ ਵਾਸਤੇ। ਉਹ ਆਪਣੇ ਬਾਇਓਮੈਟ੍ਰਿਕ ਦੇ ਵਾਸਤੇ ਵੀ ਉਡੀਕ ਕਰ ਰਹੇ ਨੇ। ਤਾਂ ਇਸ ਮੌਕੇ ਭਾਰਤ ਵਿੱਚ ਕਈਆਂ ਨੂੰ ਫਰਾਡ ਦੇ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ, ਜਿਸ ਦੇ ਵਾਸਤੇ ਉੱਥੇ ਕੈਨੇਡਾ ਦੇ ਹਾਈ ਕਮਿਸ਼ਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਫਰਾਡ ਦਾ ਸ਼ਿਕਾਰ ਨਾ ਬਣਾਇਆ ਜਾ ਸਕੇ, ਇਸ ਕਰਕੇ ਅੱਗੇ ਤੋਂ ਅੱਗੇ ਜਾਣਕਾਰੀ ਵੀ ਪਹੁੰਚਾਈ ਜਾ ਸਕਦੀ ਹੈ। ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਜਿਹੜੀ ਬਾਇਓਮੈਟ੍ਰਿਕ ਸਰਵਿਸ ਹੈ ਉਸ ਦੇ ਵਾਸਤੇ ਜਦੋਂ ਅਪਾਇੰਟਮੈਂਟ ਬੁੱਕ ਕੀਤੀ ਜਾਂਦੀ ਹੈ ਉਹ ਮੁਫਤ ਹੈ। ਤੁਹਾਡੀ ਅਪਾਇੰਟਮੈਂਟ ਬਣਾਉਣ ਦੇ ਵਾਸਤੇ ਕਿ ਤੁਹਾਡੀ ਪਹਿਲਾਂ ਛੇਤੀ ਵਾਰੀ ਆ ਜਾਵੇ ਬਾਇਓਮੈਟ੍ਰਿਕ ਦੇ ਵਾਸਤੇ, ਇਸ ਦੇ ਲਈ ਕੋਈ ਏਜੰਟ ਜੇਕਰ ਤੁਹਾਨੂੰ ਮੂਰਖ ਬਣਾ ਕੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਉਸ ਦੀਆਂ ਗੱਲਾਂ ਵਿੱਚ ਨਾ ਆਇਆ ਜਾਵੇ। ਤੁਸੀਂ ਆਪ ਆਨਲਾਈਨ ਜਾ ਕੇ ਵੈਬਸਾਈਟ ਦੇ ਉੱਤੇ ਅਪਾਇੰਟਮੈਂਟ ਬਣਾ ਸਕਦੇ ਹੋ ਤੇ ਜਿਹੜੀ ਬਾਇਓਮੈਟ੍ਰਿਕ ਦੀ ਫੀਸ ਹੁੰਦੀ ਹੈ ਉਹ ਤਾਂ ਦੇਣੀ ਹੀ ਹੁੰਦੀ ਹੈ, ਪਰ ਬਾਇਓਮੈਟ੍ਰਿਕ ਅਪਾਇੰਟਮੈਂਟ ਬਣਾਉਣ ਦੀ ਕੋਈ ਫੀਸ ਨਹੀਂ ਹੁੰਦੀ, ਉਹ ਮੁਫਤ ਵਿੱਚ ਬਣਦੀ ਹੈ। ਇਸ ਦੇ ਬਾਰੇ ਅੱਗੇ ਤੋਂ ਅੱਗੇ ਜਾਣਕਾਰੀ ਪਹੁੰਚਾਉਣ ਦੇ ਵਾਸਤੇ ਕਿਹਾ ਗਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਕਿਸੇ ਫਰਾਡ ਦੇ ਸ਼ਿਕਾਰ ਨਾ ਹੋਣ ਤੇ ਬਿਨਾਂ ਮਤਲਬ ਤੋਂ ਕਿਸੇ ਨੂੰ ਇਸ ਦੀ ਫੀਸ ਨਾ ਦੇਣ, ਜੋ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਲਈ ਹੀ ਨਹੀਂ ਜਾਂਦੀ। ਇਸ ਦੌਰਾਨ ਖੁਦ ਨੂੰ ਤੁਸੀਂ ਕਿਵੇਂ ਅਪਡੇਟ ਰੱਖ ਸਕਦੇ ਹੋ, ਇਹ ਵੀ ਜ਼ਰੂਰੀ ਹੈ ਕਿ ਤੁਸੀਂ ਨਾਲ ਦੀ ਨਾਲ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਉਸ ਉੱਤੇ ਸਾਰੀ ਜਾਣਕਾਰੀ ਦੇਖ ਸਕਦੇ ਹੁੰਦੇ ਹੋ ਕਿ ਕਿੰਨੀ ਫੀਸ ਹੈ ਤੇ ਸਰਵਿਸ ਦੀ ਕਿੰਨੀ ਫੀਸ ਹੈ, ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਤੁਹਾਡੇ ਤੋਂ ਕੋਈ ਫालतू ਫੀਸ ਮੰਗ ਵੀ ਰਿਹਾ ਹੈ ਤਾਂ ਕਿਤੇ ਤੁਹਾਨੂੰ ਉਹ ਮੂਰਖਤਾ ਨਹੀਂ ਬਣਾ ਰਿਹਾ, ਜਿਸ ਦੇ ਬਾਰੇ ਵੈਬਸਾਈਟ ਦੇ ਉੱਤੇ ਪੂਰੀ ਜਾਣਕਾਰੀ ਮੌਜੂਦ ਹੁੰਦੀ ਹੈ ਤੇ ਉੱਥੇ ਤੁਸੀਂ ਆਪਣੀ ਅਪਾਇੰਟਮੈਂਟ ਵੀ ਬਣਾ ਸਕਦੇ ਹੁੰਦੇ ਹੋ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਅੱਗੇ ਹੈ ਕਿ ਕੋਵਿਡ-19 ਦੇ ਕਰਕੇ ਜੋ ਇਸ ਸਮੇਂ ਕੈਨੇਡਾ ਭਰ ਵਿੱਚ ਹਾਲਾਤ ਬਣੇ ਹੋਏ ਨੇ ਉਸ ਦੇ ਬਾਰੇ ਤੁਹਾਨੂੰ ਹੁਣ ਅਪਡੇਟ ਦੇਵਾਂਗੇ ਤੇ ਨਾਲ ਹੀ ਟੀਕੇ ਲੱਗਣ ਦੇ ਬਾਰੇ। ਇਸ ਸਮੇਂ ਕੈਨੇਡਾ ਸਰਕਾਰ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਦੇ ਵਿੱਚ ਹੀ ਲੱਖਾਂ ਕੋਵਿਡ-19 ਦੇ ਟੀਕਿਆਂ ਦੀਆਂ ਹੋਰ ਡੋਜ਼ਸ ਪਹੁੰਚ ਜਾਣਗੀਆਂ। ਇਸ ਦੇ ਬਾਰੇ ਪੂਰੀ ਜਾਣਕਾਰੀ ਹੁਣ ਤੁਹਾਨੂੰ ਅਸੀਂ ਦੱਸਾਂਗੇ। ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਟੀਕਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਇਸ ਹਫ਼ਤੇ ਦੇ ਵਿੱਚ ਹੀ ਫਾਈਜ਼ਰ ਦੇ ਕੋਵਿਡ-19 ਦੇ ਟੀਕਿਆਂ ਦੀਆਂ 23 ਲੱਖ ਡੋਜ਼ਸ ਹੋਰ ਦੇਸ਼ ਦੇ ਵਿੱਚ ਪਹੁੰਚ ਜਾਣਗੀਆਂ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਕੋਵਿਡ-19 ਦੇ ਟੀਕਿਆਂ ਦੀਆਂ 66 ਮਿਲੀਅਨ ਡੋਜ਼ਸ ਪਹੁੰਚ ਚੁੱਕੀਆਂ ਨੇ। ਇਸ ਦੌਰਾਨ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਦੀ ਚੌਥੀ ਲਹਿਰ ਆਉਣ ਦੇ ਬਾਰੇ ਜੋ ਕਿਆਸ ਲਗਾਏ ਜਾ ਰਹੇ ਨੇ ਉਸ ਨੂੰ ਰੋਕਣ ਦੇ ਵਾਸਤੇ ਪਹਿਲਾਂ ਤੋਂ ਹੀ ਤਿਆਰੀ ਖਿੱਚੀ ਜਾ ਰਹੀ ਹੈ, ਜਿਸ ਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਕੋਵਿਡ-19 ਦੇ ਟੀਕੇ ਦੇਸ਼ ਵਾਸੀਆਂ ਦੇ ਲੱਗ ਜਾਣ, ਇਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਦੀ ਉੱਚ ਸਿਹਤ ਅਧਿਕਾਰੀ ਥੈਰੇਸਾ ਟੈਮ ਦੇ ਵੱਲੋਂ ਵੀ ਬਿਆਨ ਜਾਰੀ ਕਰਕੇ ਕੈਨੇਡਾ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਜਿੰਨੀ ਜ਼ਿਆਦਾ ਗਿਣਤੀ ਵਿੱਚ ਕੈਨੇਡਾ ਵਾਸੀਆਂ ਦੇ ਵੱਲੋਂ ਕੋਵਿਡ-19 ਦੇ ਟੀਕੇ ਲਗਵਾ ਲਏ ਜਾਂਦੇ ਨੇ, ਉਨੀ ਛੇਤੀ ਹੀ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਨੂੰ ਉਹ ਹਟਾ ਸਕਣਗੇ ਤੇ ਦੇਸ਼ ਦੇ ਵਿੱਚ ਕਈ ਹਦਾਇਤਾਂ ਜੋ ਟਰੈਵਲ ਨੂੰ ਲੈ ਕੇ ਵੀ ਇਸ ਸਮੇਂ ਲੱਗੀਆਂ ਹੋਈਆਂ ਨੇ ਉਹ ਹੋਰ ਜ਼ਿਆਦਾ ਹਟਾਈਆਂ ਜਾ ਸਕਣਗੀਆਂ।
ਪਰ ਇਸ ਮੌਕੇ ਜਿਵੇਂ ਕਿ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਮੁੜ ਤੋਂ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ, ਉਸ ਦੌਰਾਨ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਹਦਾਇਤਾਂ ਨੂੰ ਮੁੜ ਤੋਂ ਲਗਾ ਦਿੱਤਾ ਜਾਵੇ। ਪਰ ਇਸ ਦੌਰਾਨ ਸਿਹਤ ਅਧਿਕਾਰੀਆਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਵਿਡ-19 ਦੇ ਟੀਕੇ ਹੀ ਨੇ ਜਿਨ੍ਹਾਂ ਦੇ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ ਕਿ ਕੋਵਿਡ-19 ਦੇ ਮਾਮਲੇ ਅਜਿਹੇ ਵਿਅਕਤੀਆਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਦੁਬਾਰਾ ਤੋਂ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਟੀਕੇ ਲੱਗ ਚੁੱਕੇ ਨੇ। ਇਸ ਮੌਕੇ ਜੋ ਤਾਜ਼ਾ ਅੰਕੜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਨ, ਉਸ ਮੁਤਾਬਕ ਜਿੰਨੇ ਵੀ ਕੋਵਿਡ-19 ਦੇ ਟੀਕੇ ਲਗਾਉਣ ਦੀ ਯੋਗਤਾ ਰੱਖਦੇ ਨੇ ਕੈਨੇਡਾ ਭਰ ਵਿੱਚ, ਉਹਨਾਂ ਵਿੱਚੋਂ 80.3% ਲੋਕਾਂ ਦੇ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਜਦਕਿ 63.7% ਲੋਕਾਂ ਦੇ ਹੁਣ ਦੋਵੇਂ ਡੋਜ਼ਸ ਲੱਗ ਚੁੱਕੀਆਂ ਨੇ, ਯਾਨੀ ਕਿ ਉਹ ਫੁੱਲੀ ਵੈਕਸੀਨੇਟਡ ਨੇ। ਇਸ ਬਾਰੇ ਅੰਕੜੇ ਜਾਰੀ ਕੀਤੇ ਗਏ ਨੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜਦੋਂ 80% ਤੱਕ ਕੈਨੇਡਾ ਵਾਸੀਆਂ ਦੇ ਟੀਕੇ ਲੱਗ ਜਾਣਗੇ ਤਾਂ ਉਸ ਮੌਕੇ ਹਦਾਇਤਾਂ ਨੂੰ ਹਟਾਉਣ ਦੇ ਬਾਰੇ ਵਿਚਾਰ ਕੀਤਾ ਜਾਵੇਗਾ। ਤਾਂ ਇਸ ਮੌਕੇ ਵੱਖੋ-ਵੱਖਰੇ ਪੜਾਅ ਰੱਖੇ ਗਏ ਨੇ ਜਿਨ੍ਹਾਂ ਦੇ ਤਹਿਤ ਟਰੈਵਲ ਹਦਾਇਤਾਂ ਹਟਾਈਆਂ ਵੀ ਜਾ ਰਹੀਆਂ ਨੇ। ਪਰ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਾਲਾਤ ਦੁਬਾਰਾ ਤੋਂ ਅਜਿਹੇ ਬਣਦੇ ਦਿਖਾਈ ਦਿੰਦੇ ਨੇ ਕਿ ਕੋਵਿਡ-19 ਦੇ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਹਦਾਇਤਾਂ ਨੂੰ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਹੜੀਆਂ ਹਦਾਇਤਾਂ ਟਰੈਵਲ ਨੂੰ ਲੈ ਕੇ ਹਟਾਉਣ ਦਾ ਐਲਾਨ ਵੀ ਕੀਤਾ ਗਿਆ ਹੈ, ਉਸ ਦੇ ਉੱਤੇ ਰੋਕ ਵੀ ਲਗਾਈ ਜਾ ਸਕਦੀ ਹੈ। ਪਰ ਇਸ ਮੌਕੇ ਉਮੀਦ ਇਹੋ ਕੀਤੀ ਜਾ ਰਹੀ ਹੈ ਕਿ 7 ਸਤੰਬਰ ਤੋਂ ਕੈਨੇਡਾ ਵਿੱਚ ਹਰ ਇੱਕ ਨੂੰ ਆਉਣ ਦੀ ਇਜਾਜ਼ਤ ਹੈ ਜੋ ਉਹ ਮਿਲ ਜਾਵੇਗੀ। ਇਸ ਹਦਾਇਤ ਨੂੰ ਜੋ ਟਰੈਵਲ ਨੂੰ ਲੈ ਕੇ 1 ਸਾਲ ਦੇ ਵੱਧ ਦੇ ਸਮੇਂ ਤੋਂ ਕੈਨੇਡਾ ਵਿੱਚ ਲੱਗੀ ਹੋਈ ਹੈ, ਹਟਾ ਦਿੱਤਾ ਜਾਵੇਗਾ। ਤੇ ਫਿਲਹਾਲ ਇਹ ਹਦਾਇਤ ਸਿਰਫ ਫੁੱਲੀ ਵੈਕਸੀਨੇਟਡ ਨੇ ਜਿਹੜੇ ਉਹਨਾਂ ਦੇ ਵਾਸਤੇ ਹਟਾਈ ਜਾਵੇਗੀ ਕਿ ਉਹ ਕੈਨੇਡਾ ਵਿੱਚ ਆ ਸਕਣਗੇ। ਅਗਲੀ ਖਬਰ ਹੈ ਕਿ ਜਿਵੇਂ ਤੁਹਾਨੂੰ ਪਹਿਲਾਂ ਇੱਕ ਰਿਪੋਰਟ ਦੇ ਰਾਹੀਂ ਦਿਖਾਇਆ ਸੀ ਕਿ ਅਫਗਾਨਿਸਤਾਨ ਵਿੱਚ ਜਿਨ੍ਹਾਂ ਨੇ ਕੈਨੇਡਾ ਦੇ ਫੌਜੀ ਤੇ ਨਾਲ ਹੀ ਅੰਬੈਸੀ ਦੇ ਵਾਸਤੇ ਕੰਮ ਕੀਤਾ ਤੇ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਪੱਕੇ ਕੀਤੇ ਜਾਣ ਦੇ ਬਾਰੇ ਜੋ ਪ੍ਰੋਗਰਾਮ ਲਿਆਂਦਾ ਗਿਆ ਹੈ ਉਸ ਬਾਰੇ ਐਲਾਨ ਕੀਤਾ ਗਿਆ ਹੈ। ਤਾਂ ਇਸ ਸਮੇਂ ਹੁਣ ਅਫਗਾਨ ਦੇ ਨਾਗਰਿਕ ਜਿਹੜੇ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ, ਉਹਨਾਂ ਦੇ ਵੱਲੋਂ ਇੱਕ ਹੋਰ ਮੁੱਖ ਤੌਰ ਤੇ ਮੰਗ ਕੀਤੀ ਜਾ ਰਹੀ ਹੈ। ਉਹ ਕੀ ਹੈ, ਉਹ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦਿਖਾਉਂਦੇ ਹਾਂ। ਕੈਨੇਡਾ ਵਿੱਚ ਇਸ ਸਮੇਂ ਅਫਗਾਨਿਸਤਾਨ ਤੋਂ ਆਏ ਜਿਹੜੇ ਨਾਗਰਿਕ ਰਹਿ ਰਹੇ ਨੇ, ਉਹ ਨਾਗਰਿਕ ਜਿਹੜੇ ਕਿ ਉਹਨਾਂ 800 ਅਫਗਾਨ ਨਿਵਾਸੀਆਂ ਦੇ ਦਰਮਿਆਨ ਨੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਸਾਲ 2008 ਤੇ ਸਾਲ 2012 ਦੇ ਵਿੱਚ ਵੱਖੋ-ਵੱਖਰੇ ਪ੍ਰੋਗਰਾਮਸ ਦੇ ਤਹਿਤ ਪੱਕੇ ਕੀਤਾ ਗਿਆ ਸੀ। ਉਹਨਾਂ ਦੇ ਵੱਲੋਂ ਹੁਣ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕਈ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਉਹਨਾਂ ਦੇ ਭੈਣ ਭਰਾ ਤੇ ਨਾਲ ਹੀ ਮਾਤਾ-ਪਿਤਾ ਵੀ ਆਉਂਦੇ ਨੇ, ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਖਤਰਾ ਹੈ। ਕੈਨੇਡਾ ਨੇ ਅਜਿਹੇ ਵਿਅਕਤੀਆਂ ਨੂੰ ਕੈਨੇਡਾ ਵਿੱਚ ਆਉਣ ਦਾ ਇਸ ਸਮੇਂ ਵੀ ਇੱਕ ਪ੍ਰੋਗਰਾਮ ਦੇ ਰਾਹੀਂ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਸਾਲ 2001 ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਫੌਜ ਜਾਂ ਫਿਰ ਕੈਨੇਡੀਅਨ ਅੰਬੈਸੀ ਦੇ ਵਾਸਤੇ ਕੰਮ ਕੀਤਾ ਹੈ, ਜਿਸ ਦੇ ਵਿੱਚ ਕੰਮ ਕਰਨ ਵਾਲੇ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿੱਚ ਪੱਕੇ ਕੀਤੇ ਜਾਣ ਦੇ ਬਾਰੇ ਪ੍ਰੋਗਰਾਮ ਖੋਲ੍ਹਿਆ ਗਿਆ ਹੈ। ਪਰ ਇਸ ਦੇ ਵਿੱਚ ਹੁਣੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਮੌਜੂਦ ਵੀ ਨੇ, ਉਹਨਾਂ ਦੇ ਵੀ ਜਿਹੜੇ ਪਿੱਛੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਨੇ ਨੇੜੇ ਦੇ, ਉਹ ਰਹਿ ਗਏ ਨੇ, ਉਹਨਾਂ ਨੂੰ ਵੀ ਤਾਲਿਬਾਨ ਤੋਂ ਖਤਰਾ ਹੈ, ਜਿਨ੍ਹਾਂ ਦੇ ਵੱਲੋਂ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਕਿ ਉਹ ਆਪਣੀ ਜ਼ਿੰਦਗੀ ਨੂੰ ਬਚਾ ਕੇ ਇੱਥੇ ਆ ਸਕਣ ਤੇ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰ ਸਕਣ। ਕਿਉਂਕਿ ਇਸ ਮੌਕੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਜਦੋਂ ਤੋਂ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਮੌਜੂਦ ਅਜਿਹੇ ਨਿਵਾਸੀ ਜਿਨ੍ਹਾਂ ਨੇ ਕੈਨੇਡੀਅਨ ਫੌਜ ਤੇ ਅੰਬੈਸੀ ਦੇ ਲਈ ਕੰਮ ਕੀਤਾ, ਉਹਨਾਂ ਦੇ ਸਮੇਤ ਉਹਨਾਂ ਦੇ ਪਰਿਵਾਰਾਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਵੇਗਾ ਤੇ ਕੈਨੇਡਾ ਵਿੱਚੋਂ ਲਿਆਂਦੇ ਜਾਣਗੇ, ਉਦੋਂ ਤੋਂ ਕਈ ਵਿਅਕਤੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ ਤਾਲਿਬਾਨ ਦਾ ਖਤਰਾ ਹੋਰ ਜ਼ਿਆਦਾ ਪੈ ਗਿਆ ਹੈ। ਇਸ ਮੌਕੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹ ਕਾਮੇ ਵੀ ਸ਼ਾਮਲ ਨੇ ਜਿਹੜੇ ਕਿ ਅੰਬੈਸੀ ਜਾਂ ਫੌਜ ਦੇ ਵਾਸਤੇ ਭੋਜਨ ਬਣਾਉਣ ਜਾਂ ਫਿਰ ਸਫਾਈ ਦਾ ਕੰਮ ਤੇ ਹੋਰ ਅਜਿਹੇ ਕੰਮ ਕਰਦੇ ਸਨ, ਜਿਸ ਕਰਕੇ ਉਹਨਾਂ ਨੂੰ ਤਾਲਿਬਾਨ ਤੋਂ ਖਤਰਾ ਹੋ ਸਕਦਾ ਹੈ ਕਿ ਉਹ ਫੌਜ ਦੇ ਲਈ ਕੰਮ ਕਰ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਤੇ ਕੈਨੇਡੀਅਨ ਸਰਕਾਰ ਦੇ ਵੱਲੋਂ ਕੀ ਕਿਹਾ ਜਾਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਨੇ ਆਪਣੇ ਹਜ਼ਾਰਾਂ ਫੌਜੀਆਂ ਨੂੰ ਅਫਗਾਨਿਸਤਾਨ ਤੋਂ ਵਾਪਸ ਬੁਲਾ ਲਿਆ ਹੈ। ਮੰਗਲਵਾਰ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਪਾਰਲੀਮੈਂਟ ਦੇ ਅੱਗੇ ਅਜਿਹੇ ਵਿਅਕਤੀਆਂ ਦੇ ਵੱਲੋਂ ਰੈਲੀ ਕੀਤੇ ਜਾਣ ਦੇ ਬਾਰੇ ਵੀ ਰਣਨੀਤੀ ਬਣਾਈ ਜਾ ਰਹੀ ਹੈ। ਹੁਣ ਇਸ ਨਾਲ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਕੈਨੇਡਾ ਸਰਕਾਰ ਤੇ ਮੂਲ ਨਿਵਾਸੀ ਭਾਈਚਾਰਿਆਂ ਦਰਮਿਆਨ ਇੱਕ ਇਤਿਹਾਸਕ ਸਮਝੌਤਾ ਹੋਇਆ ਹੈ। ਕੀ ਇਹ ਸਮਝੌਤਾ ਤੇ ਕਿਸ ਤਰ੍ਹਾਂ ਮਦਦ ਦਿੱਤੀ ਜਾਵੇਗੀ, ਇਸ ਦੇ ਬਾਰੇ ਤੁਹਾਨੂੰ ਦੱਸਾਂਗੇ। ਕੈਨੇਡਾ ਭਰ ਵਿੱਚ ਮੂਲ ਨਿਵਾਸੀਆਂ ਦੇ ਉਹ ਇਲਾਕੇ ਜਿੱਥੇ ਸਾਫ਼ ਪਾਣੀ ਦੀ ਕਮੀ ਪਾਈ ਜਾ ਰਹੀ ਸੀ, ਉਹਨਾਂ ਨੇ ਕੈਨੇਡਾ ਸਰਕਾਰ ਦੇ ਉੱਤੇ ਕੇਸ ਪਾਇਆ ਹੋਇਆ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਦਾ ਕੈਨੇਡਾ ਦੀ ਸਰਕਾਰ ਦੇ ਨਾਲ ਸਮਝੌਤਾ ਹੋਇਆ ਹੈ
ਕਿ ਕੈਨੇਡਾ ਸਰਕਾਰ ਦੇ ਵੱਲੋਂ $8 ਬਿਲੀਅਨ ਤੱਕ ਦੀ ਵਿੱਤੀ ਮਦਦ ਵੱਖੋ ਵੱਖਰੇ ਪੱਧਰ ਦੇ ਉੱਤੇ ਦਿੱਤੀ ਜਾਵੇਗੀ, ਜਿਸ ਦੇ ਬਾਰੇ ਮੂਲ ਨਿਵਾਸੀ ਭਾਈਚਾਰਿਆਂ ਦੇ ਸਰਵਿਸਿਜ਼ ਦੇ ਵਾਸਤੇ ਜੋ ਮੰਤਰੀ ਨੇ ਮਾਰਕ ਮਿਲਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਇਹ ਜਾਣਕਾਰੀ ਦੱਸੀ ਗਈ ਹੈ ਕਿ ਜੋ ਇਹ ਸਮਝੌਤਾ ਹੋਇਆ ਉਸ ਦੇ ਵਿੱਚ $1.5 ਬਿਲੀਅਨ ਮੁਆਵਜ਼ੇ ਵਜੋਂ ਦਿੱਤਾ ਜਾ ਰਿਹਾ ਹੈ ਉਹਨਾਂ ਮੂਲ ਨਿਵਾਸੀ ਲੋਕਾਂ ਨੂੰ ਜਿਨ੍ਹਾਂ ਨੂੰ ਸਾਫ਼ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ $400 ਮਿਲੀਅਨ ਅਜਿਹੇ ਮਦਦ ਦੇ ਵਾਸਤੇ ਦਿੱਤਾ ਜਾ ਰਿਹਾ ਹੈ ਜੋ ਮੂਲ ਨਿਵਾਸੀਆਂ ਦੇ ਵਾਸਤੇ ਉਹਨਾਂ ਦੇ ਸੱਭਿਆਚਾਰ ਤੇ ਨਾਲ ਹੀ ਆਰਥਿਕ ਪੱਧਰ ਦੇ ਉੱਤੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਮਦਦ ਕੀਤੀ ਜਾਵੇਗੀ ਤੇ ਨਾਲ $6 ਬਿਲੀਅਨ ਸਾਫ਼ ਪਾਣੀ ਉਹਨਾਂ ਨੂੰ ਲਗਾਤਾਰ ਮਿਲਦਾ ਰਹੇ ਇਸ ਦੇ ਵਾਸਤੇ ਨਿਵੇਸ਼ ਕੀਤਾ ਜਾਵੇਗਾ। ਜੋ ਇਹ ਸਮਝੌਤਾ ਹੋਇਆ ਹੈ ਇਸ ਤੋਂ ਬਾਅਦ ਮੂਲ ਨਿਵਾਸੀਆਂ ਦੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਸਾਫ਼ ਪਾਣੀ ਮੂਲ ਨਿਵਾਸੀਆਂ ਨੂੰ ਨਾ ਮਿਲਣਾ ਇਹ ਸਾਲ 2015 ਤੇ ਉਸ ਤੋਂ ਬਾਅਦ ਸਾਲ 2019 ਵਿੱਚ ਚੋਣਾਂ ਦਾ ਵੀ ਵਿਸ਼ੇਸ਼ ਮੁੱਦਾ ਬਣਿਆ ਰਿਹਾ ਸੀ, ਜਿਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਅਦਾ ਵੀ ਕੀਤਾ ਸੀ ਸਾਲ 2015 ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕਿ ਇਸੇ ਸਾਲ ਜੋ ਮਾਰਚ ਮਹੀਨਾ ਲੰਘਿਆ ਉਦੋਂ ਤੱਕ ਪਾਣੀ ਨੂੰ ਲੈ ਕੇ ਜਿੰਨੀਆਂ ਵੀ ਚੇਤਾਵਨੀਆਂ ਨੇ ਉਹ ਹਟਾ ਦਿੱਤੀਆਂ ਜਾਣਗੀਆਂ। ਦਰਅਸਲ ਚੇਤਾਵਨੀਆਂ ਹਟਾਉਣ ਦੀ ਮੰਗ ਇਸ ਕਰਕੇ ਕੀਤੀ ਜਾ ਰਹੀ ਸੀ ਕਿਉਂਕਿ ਸਰਕਾਰ ਦੇ ਵੱਲੋਂ ਮੂਲ ਨਿਵਾਸੀ ਭਾਈਚਾਰਿਆਂ ਦੇ ਵਿੱਚ ਸਾਫ਼ ਪਾਣੀ ਨਾ ਹੋਣ ਦੇ ਉੱਤੇ ਵੱਖੋ ਵੱਖਰੀਆਂ ਪਾਣੀ ਨੂੰ ਲੈ ਕੇ ਚੇਤਾਵਨੀਆਂ ਲਗਾਈਆਂ ਗਈਆਂ ਸਨ ਕਿ ਜਿਵੇਂ ਕਿ ਪਾਣੀ ਨੂੰ ਉਬਾਲ ਕੇ ਹੀ ਪੀਤਾ ਜਾਵੇ ਤੇ ਸਾਫ਼ ਪਾਣੀ ਦੀ ਉੱਥੇ ਮੌਜੂਦਗੀ ਨਹੀਂ ਹੈ, ਜਿਸ ਦੇ ਕਰਕੇ ਹੋਰ ਕਦਮ ਚੁੱਕੇ ਜਾਣ। ਪਰ ਇਹ ਜਦੋਂ ਹਟਾ ਦਿੱਤੀਆਂ ਜਾਣਗੀਆਂ ਤਾਂ ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਉਸ ਟੀਚੇ ਨੂੰ ਵੀ ਪੂਰਾ ਕੀਤਾ ਗਿਆ ਕਿ ਸਾਫ਼ ਪਾਣੀ ਉਹਨਾਂ ਨੂੰ ਮਿਲੇ ਤੇ ਅੱਗੇ ਵੀ ਲੰਮੇ ਚਿਰ ਤੱਕ ਅਜਿਹੇ ਸਰੋਤ ਉਹਨਾਂ ਨੂੰ ਦਿੱਤੇ ਜਾਣ ਜਿਨ੍ਹਾਂ ਤੋਂ ਲਗਾਤਾਰ ਉਹਨਾਂ ਨੂੰ ਸਾਫ਼ ਪਾਣੀ ਮਿਲਦਾ ਰਹੇ ਤਾਂ ਕਿ ਭਵਿੱਖ ਵਿੱਚ ਕਦੇ ਉਹਨਾਂ ਨੂੰ ਇਸ ਗੱਲ ਦੀ ਕਮੀ ਨਾ ਆਵੇ। ਇਸੇ ਵਾਸਤੇ ਵੀ ਵਾਅਦਾ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਨਿਵੇਸ਼ ਕੀਤੇ ਜਾਣ ਦੀ ਗੱਲ ਵੀ ਕੀਤੀ ਗਈ ਹੈ। ਅੱਗੇ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਕਿਟਲਮ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੇ ਬਾਰੇ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਆਜ਼ਾਦ ਤੌਰ ਦੇ ਉੱਤੇ ਟੀਮ ਨੂੰ ਜਾਣਕਾਰੀ ਦਿੱਤੀ ਗਈ ਹੈ, ਉਹ ਜਾਂਚ ਕਰ ਰਹੇ ਨੇ। ਆਖਿਰ ਕਿਉਂ, ਉਹ ਤੁਹਾਨੂੰ ਦੱਸਦੇ ਹਾਂ। BC RCMP ਨੇ ਕੋਕਿਟਲਮ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੇ ਜਾਣ ਤੇ ਉਸ ਤੋਂ ਬਾਅਦ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਜ਼ਾਦ ਤੌਰ ਦੇ ਉੱਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦਰਅਸਲ ਕੋਕਿਟਲਮ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਦੀ ਸਵੇਰ 3:30 ਵਜੇ ਦੇ ਕਰੀਬ ਬੁਲਾਇਆ ਗਿਆ, ਇਹ ਕਹਿੰਦੇ ਹੋਏ ਕਿ ਇੱਕ ਇਮਾਰਤ ਦੇ ਵਿੱਚ ਅਪਾਰਟਮੈਂਟ ਹੈ, ਉੱਥੇ ਕੋਈ ਪਰੇਸ਼ਾਨੀ ਪਾਈ ਗਈ ਹੈ। ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਉਸ ਘਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਮੁਤਾਬਕ ਇੱਕ ਵਿਅਕਤੀ ਦਰਵਾਜ਼ੇ ਨੂੰ ਜਬਰੀ ਬੰਦ ਕਰ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਉਹ ਘਰ ਦੇ ਅੰਦਰ ਗਏ ਤਾਂ ਉਹ ਵਿਅਕਤੀ ਪੈਟੀਓ ਦੇ ਵੱਲ ਦੌੜਿਆ ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਉਸਨੇ ਛਲਾਂਗ ਲਗਾ ਦਿੱਤੀ ਤੇ ਉਹ ਹੇਠਾਂ ਡਿੱਗ ਗਿਆ, ਜਿਸ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਇਸ ਮਾਮਲੇ ਦੀ ਆਜ਼ਾਦ ਤੌਰ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਾਂਚ ਚੱਲ ਰਹੀ ਹੈ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਉਹ ਦੱਸਣਗੇ, ਕਿਉਂਕਿ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਬਾਰੇ ਤੁਰੰਤ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਣਕਾਰੀ ਦੇ ਦਿੱਤੀ ਸੀ। ਅਗਲੀ ਖਬਰ ਹੈ ਕਿ ਟੋਰਾਂਟੋ ਦੇ ਵਿੱਚ ਮੋਟਲ 'ਚ ਇੱਕ ਕਮਰੇ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅੱਗ ਲੱਗਣ ਦੇ ਕਰਕੇ। ਅੱਜ ਸਵੇਰ ਦਾ ਹੀ ਇਹ ਮਾਮਲਾ ਹੈ, ਉਸ ਦੇ ਬਾਰੇ ਹੁਣ ਤੁਹਾਨੂੰ ਦੱਸਦੇ ਹਾਂ। ਟੋਰਾਂਟੋ ਤੋਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਮੋਟੇਲ ਦੇ ਕਮਰੇ ਨੂੰ ਅੱਗ ਲੱਗੀ ਹੈ। ਸੋਮਵਾਰ ਦੀ ਸਵੇਰ ਦਾ ਇਹ ਮਾਮਲਾ ਹੈ, ਜਿੱਥੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਉਹਨਾਂ ਨੂੰ 7:05 ਦੇ ਨੇੜੇ ਰॉयਕ੍ਰਾਫਟ ਮੋਟੇਲ ਦੇ ਵਿੱਚ ਬੁਲਾਇਆ ਗਿਆ, ਜੋ ਕਿ ਕਿੰਗਸਟਨ ਰੋਡ ਤੇ ਰੌਕਵੁੱਡ ਡਰਾਈਵ ਦੇ ਕੋਲ ਮੌਜੂਦ ਹੈ। ਫਾਇਰ ਫਾਈਟਰਸ ਨੇ ਦੱਸਿਆ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ। ਕਮਰੇ ਨੂੰ ਉਸ ਸਮੇਂ ਅੰਦਰੋਂ ਜਿੰਦਾ ਵੀ ਲੱਗਿਆ ਹੋਇਆ ਸੀ, ਜਿਸ ਨੂੰ ਖੋਲ ਕੇ ਉਹਨਾਂ ਨੇ ਵਿਅਕਤੀ ਨੂੰ ਬਾਹਰ ਕੱਢਿਆ। ਉਸ ਵਿਅਕਤੀ ਦੀ ਉਮਰ 40 ਸਾਲ ਦੇ ਕਰੀਬ ਸੀ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਉਸ ਸਮੇਂ ਗੰਭੀਰ ਬਣੀ ਹੋਈ ਸੀ, ਪਰ ਹਸਪਤਾਲ ਪਹੁੰਚ ਕੇ ਵਿਅਕਤੀ ਨੇ ਦਮ ਤੋੜ ਦਿੱਤਾ। ਆਖਿਰ ਅੱਗ ਲੱਗਣ ਦਾ ਕਾਰਨ ਕੀ ਹੈ, ਇਸ ਦੇ ਉੱਤੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਫਾਇਰ ਮਾਰਸ਼ਲ ਇਨਵੈਸਟੀਗੇਟਰਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅੱਗ ਲੱਗਣ ਦਾ ਮਾਮਲਾ ਉਹਨਾਂ ਨੂੰ ਸ਼ੱਕੀ ਨਹੀਂ ਜਾਪ ਰਿਹਾ। ਜਿੱਥੇ ਵਿਅਕਤੀ ਸੌਂ ਰਿਹਾ ਸੀ ਉਸ ਖੇਤਰ ਦੇ ਵਿੱਚ ਅੱਗ ਜਿਨ੍ਹਾਂ ਚੀਜ਼ਾਂ ਦੇ ਕਰਕੇ ਲੱਗ ਸਕਦੀ ਹੈ, ਅਜਿਹਾ ਸਮਾਨ ਵੀ ਮੌਜੂਦ ਸੀ, ਇਹ ਅਧਿਕਾਰੀਆਂ ਨੇ ਕਿਹਾ, ਜਿਸ ਦੇ ਕਰਕੇ ਹੀ ਅੱਗ ਲੱਗੀ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਮਰੇ ਵਿੱਚ ਅੱਗ ਲੱਗਣ ਦੇ ਕਰਕੇ ਧੂਏ ਵਾਲਾ ਅਲਾਰਮ ਵੀ ਮੌਜੂਦ ਸੀ, ਪਰ ਉਹ ਹਜੇ ਇਹ ਨਹੀਂ ਦੱਸ ਸਕਦੇ ਕਿ ਮੌਕੇ ਦੇ ਉੱਤੇ ਅਲਾਰਮ ਵੱਜਿਆ ਕਿ ਨਹੀਂ, ਕਿ ਉਸ ਵਿਅਕਤੀ ਨੂੰ ਉੱਠਣ ਤੱਕ ਦਾ ਮੌਕਾ ਨਹੀਂ ਮਿਲਿਆ।
ਕਈ ਘੰਟੇ ਤੱਕ ਜਾਂਚ ਦੇ ਵਾਸਤੇ ਪੁਲਿਸ ਨੇ ਕਿੰਗਸਟਨ ਰੋਡ ਨੂੰ ਬੰਦ ਵੀ ਕਰ ਦਿੱਤਾ ਸੀ ਕੁਝ ਖੇਤਰ ਦੇ ਉੱਤੇ। ਉਸ ਵਿਅਕਤੀ ਦੀ ਉਮਰ ਤਾਂ ਦੱਸੀ ਗਈ ਹੈ, ਪਰ ਉਸ ਦੀ ਹਜੇ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।